ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਉੱਪਰ ਪੰਕਤੀਆਂ ਦੁਆਰਾ ਕਿਹਾ ਗਿਆ ਭਾਵ ਸਮਝ ਵਿੱਚ ਆਵੇਗਾ। ਕਤਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਕਹਿੰਦੇ ਹਨ ਵੀ ਅਗਰ ਸਾਧ ਸੰਗ ਹੋਵੇ ਤੇ ਬਿਨਸੇ ਸਭੇ ਸੋਚ, ਸੋਚ ਵਿਚਾਰ ਬਿਨਸ ਜਾਂਦੀ। ਤੇ ਸੋਚ ਵਿਚਾਰ ਚੱਲ ਕਿਹਦੀ ਰਹੀ ਹੈ? ਸੰਸਾਰ ਦੀ। ਜਿਵੇਂ ਤੁਸੀਂ ਉੱਪਰਲੀਆਂ ਪੰਕਤੀਆਂ ਤੋਂ ਸਮਝਿਆ ਹੈ ਨਾ ਵੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋ। ਰਾਮ ਵੱਲੋਂ ਬੇਮੁਖ ਹੋ ਗਏ, ਸੰਸਾਰ ਵੱਲ ਮੁੱਖ ਹੋ ਗਏ। ਪਰਮੇਸ਼ਰ ਨੂੰ ਭੁੱਲ ਗਏ, ਸੰਸਾਰ ਚਿੱਤ ਵਿੱਚ ਵਸ ਗਿਆ। ਸੰਸਾਰ ਨੂੰ ਚੇਤੇ ਵਿੱਚ ਚਲਾ ਰਹੇ ਹੋ, ਚਿੱਤ ਵਿੱਚ ਚਲਾ ਰਹੇ ਹੋ, ਚਿੰਤਨ ਕਰ ਰਹੇ ਹੋ। ਸੋਚ ਵਿਚਾਰ ਸੰਸਾਰ ਦੀ ਚੱਲ ਰਹੀ ਹੈ। ਇਹੋ ਹੀ ਹੈ ਨਾ। ਤੇ ਰੋਗ ਵੱਧ ਰਹੇ ਹਨ। ਵਿਆਪਨ ਸਭੇ ਰੋਗ। ਜਿੰਨਾ ਸੰਸਾਰ ਨਾਲ ਚਿੱਤ ਲਾਓਗੇ ਰੋਗ ਵਧਣਗੇ, ਕਿਉਂਕਿ ਸੰਸਾਰ ਰੋਗ ਹੈ। ਸੰਸਾਰ ਰੋਗੀ ਕਿਹਾ ਵੀ ਹੈ ਨਾ, ਰੋਗੀ ਹੈ। ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਸੱਚ ਤੋਂ ਬਿਨਾ ਮੈਲ ਹੀ ਲੱਗੇਗੀ। ਝੂਠ ਨਾਲ ਜੁੜ ਰਹੇ ਹੋ ਤੇ ਵਿਕਾਰ ਵਧਣਗੇ। ਜਿੰਨਾ ਝੂਠ ਨਾਲ ਜੁੜੋਗੇ ਤੇ ਸੱਚ ਵੱਲੋਂ ਦੂਰ ਹੋ। ਤੇ ਜੋੜ ਹਟਦਾ ਹੈ ਸੰਸਾਰ ਵੱਲੋਂ। ਜਿੰਨੀ ਸੋਚ ਵਿਚਾਰ ਘਟਦੀ ਹੈ ਉਨੇ ਰੋਗ ਵੀ ਘਟਦੇ ਹਨ। ਤੇ ਸੋਚ ਵਿਚਾਰ ਕਹਿੰਦੇ ਘਟਦੀ ਹੈ ਸਾਧ ਸੰਗ ਬਿਨਸੇ ਸਭੇ ਸੋਚ। ਜਿਹੜੀ ਸੋਚ ਵਿਚਾਰ ਹੈ ਨਾ ਉਹ ਬਿਨਸ ਜਾਂਦੀ ਹੈ, ਕਿਉਂਕਿ ਸੋਚ ਵਿਚਾਰ ਹੀ ਸੰਸਾਰ ਦੀ ਹੈ। ਪਰਮਾਤਮਾ ਦੀ ਕੋਈ ਸੋਚ ਵਿਚਾਰ ਥੋੜ੍ਹੀ। ਪਰਮਾਤਮਾ ਇੱਕ ਹੈ, ਉਹਦੇ ਬਾਰੇ ਸੋਚਣ ਦੀ ਲੋੜ ਨਹੀਂ ਹੈ। ਸੰਸਾਰ ਅਨੇਕ ਹੈ। ਅਨੇਕਤਾ ਦੇ ਵਿੱਚ ਸੋਚ ਚੱਲਦੀ ਹੈ, ਵਿਚਾਰ ਚੱਲਦੇ, ਮਨ ਚੱਲਦਾ ਹੈ। ਇਸ ਕਰਕੇ ਪਰਮਾਤਮਾ ਵਿੱਚ ਚੱਲਦਾ ਨਹੀਂ, ਜਗ੍ਹਾ ਹੀ ਨਹੀਂ ਹੈ ਚੱਲਣ ਨੂੰ। ਤੇ ਸਾਧ ਸੰਗਤ ਦੇ ਵਿੱਚ ਸੋਚ ਜਿਹੜੀ ਹੈ ਨਾ, ਸੋਚ ਵਿਚਾਰ ਉਹ ਮਿਟਦੀ ਹੈ। ਤੇ ਜਿੰਨੀ ਸੋਚ ਵਿਚਾਰ ਘਟੇਗੀ ਸੰਸਾਰ ਦੀ, ਓਨੇ ਹੀ ਰੋਗ ਰਹਿਤ ਹੋਵੋਗੇ। ਓਨਾ ਹੀ ਪਰਮਾਤਮਾ ਦੇ ਨਾਲ ਯੋਗ ਹੋਵੇਗਾ। ਜਿੰਨਾ ਸੰਸਾਰ ਨਾਲੋਂ ਵੀ ਯੋਗ ਹੋਵੇਗਾ। ਜਿੰਨੀ ਸੋਚ ਵਿਚਾਰ ਘਟੇਗੀ ਤੇ ਸਤ ਸੰਗਤ ਦੇ ਵਿੱਚ ਸੋਚ ਵਿਚਾਰ ਹੀ ਘਟਣੀ ਹੈ ਸੰਸਾਰ ਦੀ। ਤੇ ਸੰਸਾਰ ਦੀ ਸੋਚ ਵਿਚਾਰ ਨੂੰ ਕੋਈ ਘਟਾਉਣ ਨੂੰ ਤਿਆਰ ਹੋਵੇ ਤਾਂ ਹੀ ਘਟੇਗੀ ਨਾ। ਹੁਣ ਧਾਰਮਿਕ ਲੋਕ ਇੱਕ ਪਾਸੇ ਸੰਸਾਰ ਵੱਲ ਵੀ ਪੂਰਾ ਸੋਚਦੇ ਹਨ। ਕਹਿੰਦੇ ਧਿਆਨ ਦਿਓ ਕਾਰੋਬਾਰਾਂ ਵੱਲ, ਬੱਚਿਆਂ ਵੱਲ, ਸਾਰੇ ਪਾਸੇ ਵੱਲ। ਰਾਜਨੀਤੀ ਵੱਲ ਵੀ ਦਿੰਦੇ ਹਨ, ਧਰਮ ਵੱਲ ਵੀ ਦਿੰਦੇ ਹਨ। ਅਤੇ ਧਿਆਨ ਤਾਂ ਸਾਰਾ ਉੱਧਰ ਜਾ ਰਿਹਾ। ਸੋਚ ਵਿਚਾਰ ਚੱਲ ਰਹੀ ਦਿਨ ਰਾਤ ਧਾਰਮਿਕ ਲੋਕਾਂ ਦੀ, ਧਾਰਮਿਕ ਢੰਗ ਨਾਲ ਚੱਲ ਰਹੀ। ਅਤੇ ਸੋਚ ਵਿਚਾਰ ਤਾਂ ਸੰਸਾਰ ਦੀ ਹੈ, ਭਾਵੇਂ ਧਾਰਮਿਕ ਢੰਗ ਨਾਲ ਵੀ ਚੱਲ ਰਹੀ ਹੈ। ਅਤੇ ਇੱਧਰ ਕਿਹਾ ਜਾਂਦਾ ਹੈ ਵੀ ਸੋਚ ਵਿਚਾਰ ਤੋਂ ਮੁਕਤ ਹੋਣਾ ਹੈ। ਅਤੇ ਜਿਹੜਾ ਮੁਕਤ ਹੋਣ ਨੂੰ ਤਿਆਰ ਹੋਵੇ ਧਾਰਮਿਕ ਸੋਚ ਵਿਚਾਰ ਤੋਂ, ਤੇ ਸਾਧ ਸੰਗਤ ਦੇ ਵਿੱਚ ਸੋਚ ਵਿਚਾਰ ਘਟਦੀ ਹੈ। ਇਹੋ ਹੀ ਫਲ ਹੈ ਸਾਧ ਸੰਗਤ ਜਾਂ ਸਤ ਸੰਗਤ ਕਹਿ ਲਓ। ਸਤ ਸੰਗਤ ਐਸੀ ਜਾਣੀ ਜਿੱਥੇ ਇੱਕੋ ਨਾਮ ਖਾਣੀ, ਇੱਕ ਦੇ ਨਾਲ ਜੁੜ ਗਈ ਅਤੇ ਸੋਚ ਵਿਚਾਰ ਘਟੇਗੀ, ਅਨੇਕਤਾ ਦੇ ਵਿੱਚ ਵਧੇਗੀ, ਸੰਸਾਰ ਵਿੱਚ ਵੱਧਦੀ ਹੈ।
ਤੇ ਜਿੰਨੀ ਕੋਈ ਸਤ ਸੰਗਤ ਕਰਦਾ ਹੈ, ਸਾਧ ਸੰਗ ਕਰਦਾ ਹੈ, ਕਹਿ ਲਓ ਸਤਿਪੁਰਖਾਂ ਦੀ ਸੰਗਤ ਕਰਦਾ ਹੈ, ਉਨੀ ਹੀ ਉਹਦੀ ਸੋਚ ਵਿਚਾਰ ਘਟਦੀ ਹੈ। ਤੇ ਫਿਰ ਜ਼ਰੂਰੀ ਨਹੀਂ ਹੈ, ਖਿਆਲ ਵਿੱਚ ਇਹ ਵੀ ਰੱਖਣ ਯੋਗ ਹੈ, ਕੋਈ ਉਹਨਾਂ ਕੋਲ ਰਹਿੰਦਾ ਹੈ ਤੇ ਤੁਸੀਂ ਕਹਿ ਲਓ ਵੀ ਸਤ ਸੰਗਤ ਕਰਦਾ ਹੋਵੇਗਾ, ਜਾਂ ਜਿਹੜੇ ਸੁਣ ਰਹੇ ਹਨ ਤੋ ਸੋਚ ਲੈਣ ਵੀ ਅਸੀਂ ਸਤ ਸੰਗਤ ਤੇ ਰੋਜ਼ ਕਰ ਹੀ ਰਹੇ ਹਾਂ। ਤੇ ਸਾਡੀ ਸੋਚ ਵਿਚਾਰ ਘਟ ਨਹੀਂ ਰਹੀ ਹੈ। ਨਹੀਂ, ਅਗਰ ਵਾਸਤਵਿਕ ਦੇ ਵਿੱਚ ਤੁਸੀਂ ਸਤਸੰਗ ਕਰੋਗੇ ਨਾ ਤੇ ਸੋਚ ਘਟੇਗੀ ਹੀ ਘਟੇਗੀ, ਕਿਉਂਕਿ ਸੋਚ ਘਟਾਉਣ ਵਾਸਤੇ ਇੱਧਰ ਕਿਹਾ ਜਾ ਰਿਹਾ ਹੈ, ਵਾਰ-ਵਾਰ ਸੰਸਾਰ ਵੱਲੋਂ ਹਟਣ ਵਾਸਤੇ, ਧਿਆਨ ਹਟਾਉਣ ਵਾਸਤੇ, ਕਿਉਂ ਸੋਚ ਹੀ ਸੰਸਾਰ ਵੱਲੋਂ ਚੱਲ ਰਹੀ ਹੈ। ਤੇ ਜਿਹੜਾ ਤਾਂ ਸੁਣੇਗਾ ਬਿਨਾਂ ਸੋਚ ਵਿਚਾਰ ਤੇ ਉਹਦੀ ਸੋਚ ਵਿਚਾਰ ਘਟੇਗੀ, ਤੇ ਜਿਹੜਾ ਸੋਚ ਵਿਚਾਰ ਦੁਬਾਰਾ ਸੁਣੇਗਾ, ਕਈ ਸੁਣ ਕੇ ਸੋਚ ਵਿਚਾਰ ਕਰੀ ਜਾਂਦੇ ਆ, ਉਹਨਾਂ ਦੀ ਵਧੇਗੀ, ਕਿਉਂਕਿ ਉਹ ਮਨ ਦੁਆਰਾ ਸੁਣ ਰਹੇ ਆ। ਤੇ ਮਨ ਦੁਆਰਾ ਸੁਣਿਆ ਹੋਇਆ ਸੋਚ ਵਿਚਾਰ ਪੈਦਾ ਕਰਦਾ ਹੈ, ਕਿਉਂਕਿ ਮਨ ਪ੍ਰਸ਼ਨ ਪੈਦਾ ਕਰਦਾ ਹੈ। ਜੋ ਵੀ ਸੁਣਦਾ ਹੈ ਉਹਦੇ ਵਿੱਚੋਂ ਸਵਾਲ ਪੈਦਾ ਹੋ ਜਾਂਦਾ ਹੈ, ਉਹ ਫਿਰ ਚੱਲ ਪੈਂਦਾ, ਫਿਰ ਸੁਣਦਾ ਹੈ, ਫਿਰ ਸਵਾਲ ਪੈਦਾ ਕਰ ਲੈਂਦਾ ਹੈ, ਫਿਰ ਚੱਲ ਪੈਂਦਾ। ਤੇ ਮਨ ਵਿਚਾਰ ਕਰੀ ਜਾਵੇਗਾ ਤੇ ਸੁਣੀ ਜਾਵੇਗਾ ਤੇ ਸੋਚ ਵਿਚਾਰ ਚੱਲਦੀ ਰਹੇਗੀ। ਹਾਂ, ਸੰਸਾਰ ਦੀ ਨਾ ਚੱਲੇਗੀ, ਧਰਮ ਦੀ ਚੱਲੇਗੀ, ਪਰ ਚੱਲਦੀ ਰਹੇਗੀ। ਹੋਣਾ ਸੀ ਮੁਕਤ ਸੋਚ ਵਿਚਾਰ। ਸਾਧ ਸੰਗਤ ਦਾ ਇਹੋ ਹੀ ਫਲ ਹੈ। ਫਿਰ ਕਹਿੰਦੇ ਹਨ ਵੀ ਸਾਧ ਸੰਗਤ ਪ੍ਰਾਪਤ ਕਿਵੇਂ ਹੁੰਦੀ ਹੈ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੇਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਦੋਂ ਕਹਿੰਦੇ ਇਹ ਰੋਗ ਵੱਧ ਜਾਂਦਾ ਹੈ, ਫਿਰ ਅੰਤ ਸਮੇਂ ਬਹੁਤ ਬੁਰੀ ਦਸ਼ਾ ਹੁੰਦੀ ਹੈ। ਸਭ ਕੁਛ ਕੌੜਾ ਹੀ ਕੌੜਾ, ਬੁਰਾ ਹੀ ਬੁਰਾ ਅੰਦਰ ਭਰ ਜਾਂਦਾ ਹੈ, ਕਿਉਂਕਿ ਬੁਰਿਆਈ ਨਾਲ ਹੀ ਭਰਿਆ ਹੋਇਆ ਚਿੱਤ। ਫਿਰ ਵਿੱਚ ਨਾ ਕੋਈ ਕਰ ਸਕੇ ਕਿਸਥੇ ਰੋਵੇ ਰੋਜ਼। ਉਸ ਸਮੇਂ ਵਿਚੋਲਾ ਕੋਈ ਵੀ ਨਹੀਂ ਬਣ ਸਕਦਾ, ਕਿਉਂਕਿ ਤੁਸੀਂ ਬਹੁਤ ਹੀ ਭਰ ਲਿਆ ਆਪਣੇ ਅੰਦਰ। ਹੁਣ ਖਾਲੀ ਕਿਵੇਂ ਕੀਤਾ ਜਾਵੇ, ਸਮਾਂ ਥੋੜ੍ਹਾ ਹੈ, ਮੌਤ ਆ ਰਹੀ। ਪਹਿਲਾਂ ਖਾਲੀ ਕਰਦੇ ਤਾਂ ਸੀ, ਜ਼ਿਆਦਾ ਭਰ ਲਿਆ ਕੂੜ ਕਵਾੜ ਨਾਲ। ਉਦੋਂ ਆਦਮੀ ਤੜਫਦਾ ਹੈ, ਕੀਤਾ ਕਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਹੁਣ ਤੁਸੀਂ ਸੰਜੋਗ ਲਿਖ ਹੀ ਲਿਆ, ਸੰਸਾਰ ਨਾਲ ਸੰਜੋਗ ਲਿਖ ਲਿਆ, ਤੁਸੀਂ ਸੰਸਾਰ ਨਾਲ ਜੁੜ ਗਏ, ਸੰਸਾਰ ਨਾਲ ਜੋਗ ਹੋ ਗਿਆ। ਤਾਂ ਹੁਣ ਤੁਸੀਂ ਭਟਕੋਗੇ ਜਨਮਾਂ ਜਨਮਾਂਤਰਾਂ ਦੇ ਵਿੱਚ, ਕਿਉਂਕਿ ਪਰਮਾਤਮਾ ਨਾਲੋਂ ਵਿਯੋਗ ਹੋ ਗਿਆ। ਫਿਰ ਕਹਿੰਦੇ ਹਨ ਵਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ। ਵੱਡੇ ਭਾਗਾਂ ਦੁਆਰਾ ਕੋਈ ਪ੍ਰਭੂ ਦਾ ਪਿਆਰਾ ਮਿਲੇ, ਉਤਰੇ ਸਭ ਵਿਯੋਗ। ਫਿਰ ਵੀ ਜਿਹੜੇ ਵਿਯੋਗ ਹਨ ਪਰਮਾਤਮਾ ਨਾਲ ਦੂਰੀ ਸੀ, ਉਹ ਘਟਦੀ ਹੈ ਪ੍ਰਭੂ ਦੇ ਪਿਆਰਿਆਂ ਨਾਲ ਮਿਲ ਕੇ। ਨਾਨਕ ਕਹੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਜ। ਵੀ ਇਹੋ ਜਿਹੇ ਪ੍ਰਭੂ ਦੇ ਪਿਆਰੇ ਜਿਹੜੇ ਹਨ, ਬੰਧਨਾਂ ਨੂੰ ਕੱਟਣ ਵਾਲੇ, ਕੱਟਦਾ ਤੇ ਪ੍ਰਭੂ ਹੀ ਹੈ, ਇਸ ਕਰਕੇ ਪ੍ਰਭੂ ਦਾ ਹੀ ਨਾਂ ਲੈ ਰਹੇ ਹਨ। ਪਰ ਉਹ ਕੱਟੇਗਾ ਸਿੱਧਾ ਆਣ ਕੇ ਨਹੀਂ ਨਾ, ਉਹ ਵੀ ਕਿਸੇ ਦੇ ਦੁਆਰਾ ਕੱਟਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ। ਪਰਮਾਤਮਾ ਕਿਸੇ ਦੇ ਦੁਆਰਾ ਬੰਧਨ ਕੱਟਦਾ ਹੈ, ਤੇ ਜਿਹਦੇ ਦੁਆਰਾ ਬੰਧਨ ਕੱਟਦਾ ਹੈ ਤੇ ਕੱਟਦਾ ਕਿਵੇਂ ਹੈ। ਕਤਕ ਹੋਵੇ ਸਾਧ ਸੰਗ, ਸਾਧ ਸੰਗਤ ਦੁਆਰਾ।
ਸਤ ਸੰਗਤ ਦੁਆਰਾ ਉਹ ਬੰਧਨ ਕੱਟੇ ਜਾਂਦੇ ਹਨ। ਬੰਧਨ ਕਿਹੜੇ ਹਨ? ਸੰਸਾਰ ਦੇ ਨਾਲ ਸੁਰਤ ਜੁੜੀ ਹੋਈ ਹੈ, ਬੰਧੀ ਹੋਈ। ਤੇ ਵੱਡ ਭਾਗੀ ਤਾਂ ਤੁਸੀਂ ਹੋ ਹੀ, ਸਤ ਸੰਗਤ ਪ੍ਰਾਪਤ ਹੋ ਗਈ ਤੁਹਾਨੂੰ। ਪਰ ਵੱਡੇ ਭਾਗਾਂ ਤੋਂ ਵੀ ਉੱਪਰ ਜਾਣਾ ਹੈ, ਇਹ ਗੱਲ ਖਿਆਲ ਵਿੱਚ ਰੱਖਿਓ। ਇਹ ਤੁਸੀਂ ਸੁਣੀ ਵੀ ਨਹੀਂ ਹੋਵੇਗੀ ਸ਼ਾਇਦ, ਧਾਰਮਿਕ ਲੋਕ ਕਹਿੰਦੇ ਵੀ ਨਹੀਂ ਹਨ। ਇੱਕ ਤੇ ਹੈ ਬੁਰੇ ਭਾਗ, ਕਹਿੰਦੇ ਹਨ ਭਾਗਹੀਣ ਭਰਮ ਝੋਟਾ ਖਾਏ। ਵੱਡ ਭਾਗੀ ਸਾਧ ਸੰਗਤ ਪਾਵੇ। ਜਿਹੜੇ ਵੱਡਾਂ ਭਾਗਾਂ ਵਾਲੇ ਹਨ ਸਤ ਸੰਗਤ ਪਾ ਲੈਂਦੇ ਹਨ। ਬੁਰੇ ਭਾਗਾਂ ਵਾਲੇ ਜਿਹੜੇ ਹਨ ਉਹ ਚੋਟਾਂ ਖਾਂਦੇ ਹਨ, ਧੱਕੇ ਖਾਂਦੇ ਹਨ, ਠੋਕਰਾਂ ਖਾਂਦੇ ਹਨ, ਦੁਖੀ ਹੁੰਦੇ ਹਨ। ਤੇ ਇੱਕ ਹੈ ਬੁਰੇ ਭਾਗ ਜਿਹੜੇ ਸਤ ਸੰਗਤ 'ਚ ਨਹੀਂ ਆਉਂਦੇ ਹਨ, ਭਾਵ ਕਿ ਸਤਪੁਰਸ਼ਾਂ ਦੀ ਸੰਗਤ ਨਹੀਂ ਕਰਦੇ ਹਨ, ਸੱਤ ਵਾਲੇ ਪਾਸੇ ਨੂੰ ਨਹੀਂ ਆਉਂਦੇ ਹਨ, ਝੂਠ ਵਾਲੇ ਪਾਸੇ ਨੂੰ ਜਿਹੜੇ ਜਾਂਦੇ ਹਨ ਉਹ ਭਾਗਹੀਣ ਹਨ। ਤੇ ਵੱਡ ਭਾਗੀ ਉਹ ਹਨ ਜਿਹੜੇ ਸੱਤ ਵਾਲੇ ਪਾਸੇ ਨੂੰ ਚੱਲ ਪਏ। ਸਤ ਸੰਗਤ ਦੇ ਵਿੱਚ ਬੈਠਣ ਲੱਗ ਪਏ, ਸੱਤ ਵੱਲ ਨੂੰ ਯਾਤਰਾ ਸ਼ੁਰੂ ਹੋ ਗਈ। ਹੁਣ ਆਮ ਸਧਾਰਨਤਾ ਹੈ, ਧਾਰਮਿਕ ਲੋਕ ਕਹਿ ਦਿੰਦੇ ਹਨ ਵੀ ਵੱਡੇ ਭਾਗਾਂ ਵਾਲੇ ਉਹ ਹਨ ਜਿਨ੍ਹਾਂ ਦੇ ਕਾਰੋਬਾਰ ਚੱਲ ਪੈਂਦੇ ਹਨ, ਧੰਦੇ ਚੱਲ ਪੈਂਦੇ, ਕੋਠੀਆਂ ਪੈ ਜਾਂਦੀਆਂ। ਇੱਦਾਂ ਹੀ ਕਹਿੰਦੇ ਹਨ, ਬੜੀ ਕਿਰਪਾ ਹੈ ਗੁਰੂ ਦੀ। ਹੁਣ ਗੁਰੂ ਦੀ ਕਿਰਪਾ ਉਹਦੇ 'ਤੇ ਲਾਉਂਦੇ ਹਨ ਜੋ ਬਾਹਰ ਫੈਲਾਵ ਹੋ ਜਾਂਦਾ। ਹੁਣ ਬਾਹਰ ਤੇ ਸੁਰਤ ਦਾ ਫੈਲਾਵ ਹੋ ਗਿਆ, ਧਨ ਵੱਧ ਗਿਆ, ਸੁਰਤ ਜ਼ਿਆਦਾ ਜੰਜਾਲ 'ਚ ਫਸ ਗਈ, ਸੰਪੱਤੀ ਵੱਧ ਗਈ, ਹੋਰ ਜ਼ਿਆਦਾ ਫਸ ਗਈ। ਗੁਰੂ ਕਿਰਪਾ ਕਾਹਦੀ ਹੋਈ? ਤੇ ਕਰੋਪੀ ਹੋ ਗਈ ਨਾ। ਤੇ ਗੁਰੂ ਦੀ ਕਿਰਪਾ ਹੈ ਸਤ ਸੰਗਤ। ਤੋ ਵੱਡ ਭਾਗੀ ਹਨ ਜਿਹੜੇ ਸਤ ਸੰਗਤ 'ਚ ਆ ਗਏ, ਭਾਵ ਕਿ ਸੰਗ ਹੋਣ ਲੱਗ ਪਿਆ ਸੱਤ ਦਾ, ਝੂਠ ਨਾਲੋਂ ਹਟਣ ਲੱਗ ਪਏ। ਝੂਠ ਨਾਲੋਂ ਦੂਰੀ ਹੋਣ ਲੱਗ ਪਈ, ਸੱਤ ਦੇ ਨਾਲ ਨੇੜਤਾ ਹੋਣ ਲੱਗ ਪਈ। ਉਹ ਵੱਡ ਭਾਗੀ ਹਨ। ਫਿਰ ਜਦੋਂ ਝੂਠ ਨਾਲੋਂ ਬਿਲਕੁਲ ਸੰਬੰਧ ਟੁੱਟ ਜਾਂਦੇ ਹਨ ਤੇ ਫਿਰ ਭਾਗਾਂ ਤੋਂ ਵੀ ਉੱਪਰ ਚਲੇ ਜਾਂਦਾ ਹੈ ਬੰਦਾ। ਬੁਰੇ ਭਾਗਾਂ ਤੋਂ ਪਹਿਲਾਂ ਛੁੱਟਣਾ ਹੈ, ਚੰਗੇ ਭਾਗਾਂ ਵੱਲ ਆਉਣਾ। ਜਿਵੇਂ ਬੁਰੇ ਕਰਮਾਂ ਤੋਂ ਛੁੱਟਣਾ ਹੈ, ਚੰਗੇ ਕਰਮਾਂ ਵੱਲ ਆਉਣਾ। ਚੰਗੇ ਕਰਮ ਹਨ ਸਤ ਸੰਗਤ, ਪ੍ਰਭੂ ਵੱਲ ਨੂੰ ਆਉਣਾ। ਸੰਸਾਰ ਵੱਲ ਨੂੰ ਜਾਣਾ ਬੁਰੇ ਕਰਮ ਹਨ। ਖਿਆਲ ਵਿੱਚ ਰੱਖਣ ਯੋਗ ਹੈ, ਜਿੰਨੀ ਸੁਰਤ ਸੰਸਾਰ ਵਿੱਚ ਫਸਦੀ ਉਹ ਬੁਰੇ ਕਰਮ ਕਰਕੇ ਹੀ ਫਸਦੀ। ਭਾਵੇਂ ਕਿਸੇ ਵੱਲ ਬੁਰਾ ਸੋਚੋ ਜਾਂ ਕਿਸੇ ਨੂੰ ਬੁਰਾ ਮਾਰੋ, ਬੁਰਾ ਕਹੋ, ਕੁਛ ਵੀ ਕਰੋ, ਸੰਸਾਰ ਵੱਲ ਜਾ ਰਹੀ ਉਹ ਬੁਰੇ ਕਰਮ। ਕਰਤਾਰ ਵੱਲ ਆ ਰਹੀ ਹੈ ਚੰਗੇ ਕਰਮ ਹਨ, ਸ਼ੁਭ ਕਰਮ ਹਨ, ਸ਼ੁਭ ਭਾਗ ਹਨ। ਫਿਰ ਸੁਰਤ ਜਿਹੜੀ ਹੈ ਉਹ ਕਰਤਾਰ ਵਿੱਚ ਚਲੇ ਗਈ। ਫਿਰ ਇਹਨਾਂ ਭਾਗਾਂ ਤੋਂ ਹੀ ਛੁਟਕਾਰਾ ਹੋ ਜਾਂਦਾ ਹੈ। ਚੰਗੇ ਭਾਗ ਤੋਂ ਮਾੜੇ ਭਾਗ, ਮਾੜੇ ਭਾਗ ਤੋਂ ਵੀ ਛੁਟਕਾਰਾ ਹੋ ਗਿਆ, ਚੰਗੇ ਭਾਗਾਂ ਤੋਂ ਵੀ ਹੋ ਗਿਆ। ਫਿਰ ਭਾਗਾਂ ਤੋਂ ਪਾਰ ਚਲੇ ਜਾਂਦਾ ਹੈ, ਉੱਥੇ ਕੋਈ ਭਾਗ ਨਹੀਂ ਰਹਿ ਜਾਂਦੇ ਹਨ। ਪ੍ਰਭੂ ਦਾ ਪਿਆਰਾ ਜਿਹੜਾ ਹੈ ਨਾ, ਜਿਨ੍ਹਾਂ ਦੇ ਬਚਨ ਤੁਸੀਂ ਸੁਣ ਰਹੇ ਹੋ, ਜਿਨ੍ਹਾਂ ਨੇ ਉਪਦੇਸ਼ ਦਿੱਤਾ ਹੈ, ਉਹ ਇਹ ਚੰਗੇ ਭਾਗਾਂ ਤੋਂ ਵੀ ਪਾਰ ਹਨ। ਕਿਉਂਕਿ ਬੁਰੇ ਭਾਗ ਚੰਗੇ ਭਾਗ ਸੰਸਾਰ ਦਾ ਹਿੱਸਾ ਹਨ। ਇਹ ਗੱਲ ਖਿਆਲ ਵਿੱਚ ਰੱਖ। ਆਕਰਸ਼ਣ ਵਿਕਰਸ਼ਣ ਸੰਸਾਰ ਦਾ ਹੀ, ਸੰਜੋਗ ਵਿਜੋਗ ਸੰਸਾਰ ਦਾ ਹਿੱਸਾ ਹੈ।
ਜੋ ਸੰਸਾਰ ਵੱਲੋਂ ਵਿਜੋਗ ਹੋ ਗਿਆ ਤੇ ਸੰਜੋਗ ਹੋਣ ਲੱਗ ਪਿਆ ਪਰਮਾਤਮਾ ਵੱਲ ਨੂੰ। ਤੇ ਜਦੋਂ ਪੂਰਨ ਸੰਜੋਗ ਹੋ ਗਿਆ ਫਿਰ ਵਿਜੋਗ ਵੀ ਨਹੀਂ ਨਾ ਰਹਿ ਜਾਂਦਾ, ਫਿਰ ਕਿੱਥੇ ਰਹਿ ਜਾਂਦਾ, ਫਿਰ ਤੇ ਇੱਕ ਹੀ ਹੋ ਗਿਆ। ਫਿਰ ਭਾਗ ਤੇ ਬੁਰੇ ਭਾਗ ਕਿੱਥੇ ਰਹਿ ਜਾਣਗੇ, ਭਾਗ ਵੀ ਨਹੀਂ ਰਹਿ ਜਾਂਦੇ। ਤੇ ਸਤ ਸੰਗਤ ਵੱਡ ਭਾਗੀ ਪਾਵੇ। ਬਹੁਤ ਵੱਡੇ ਭਾਗ ਹਨ, ਚੰਗੇ ਕਰਮ ਹਨ, ਸ਼ੁਭ ਹੈ ਸਤ ਸੰਗਤ ਜਿਨ੍ਹਾਂ ਨੂੰ ਹੋ ਰਹੀ ਹੈ। ਤੇ ਸਤ ਸੰਗਤ ਹੀ ਦੇ ਵਿੱਚ ਪਤਾ ਲੱਗਦਾ ਹੈ ਵੀ ਇਹ ਜਿਹੜੀ ਸੋਚ ਹੈ ਬਿਨਸੇ ਸਭੇ ਸੋਚ, ਵੀ ਸੋਚ ਵਿਚਾਰ ਤੋਂ ਮੁਕਤ ਹੋਣਾ ਹੈ। ਤੇ ਜਿਹੜੇ ਸੋਚ ਵਿਚਾਰ ਤੋਂ ਮੁਕਤ ਹੋ ਰਹੇ ਹਨ ਸੰਸਾਰ ਦੇ, ਉਹ ਪਰਮਾਤਮਾ ਵੱਲ ਜਾ ਰਹੇ ਹਨ, ਉਹਨਾਂ ਦੇ ਬੰਧਨ ਕੱਟੇ ਜਾ ਰਹੇ ਹਨ ਤੇ ਦੁੱਖਾਂ ਤੋਂ ਸਦਾ ਵਾਸਤੇ ਛੁਟਕਾਰਾ ਪਾ ਰਹੇ ਹਨ। ਜਿੰਨੇ ਸੋਚ ਵਿਚਾਰ ਸੰਸਾਰ ਦੀ ਚੱਲ ਰਹੀ ਹੈ ਉਹਨੇ ਦੁੱਖ ਵੱਧ ਰਹੇ ਹਨ। ਇਹ ਗੱਲ ਖਿਆਲ ਵਿੱਚ ਰੱਖਿਓ। ਪਰਮੇਸ਼ਰ ਤੇ ਭੁੱਲਿਆ ਤਾਂ ਤੁਹਾਨੂੰ ਖਿਆਲ ਵਿੱਚ ਆ ਜਾਂਦਾ ਹੈ, ਪਰ ਸੰਸਾਰ ਨੂੰ ਯਾਦ ਕਰਕੇ ਦੁੱਖ ਵੱਧ ਰਹੇ ਹਨ, ਇਹ ਖਿਆਲ ਵਿੱਚ ਨਹੀਂ ਆ ਰਿਹਾ। ਪਰਮੇਸ਼ਰ ਨੂੰ ਜਿੰਨਾ ਭੁੱਲਦੇ ਹੋ ਇਸੇ ਕਰਕੇ ਭੁੱਲਦੇ ਹੋ, ਸੰਸਾਰ ਚਿੱਤ ਵਿੱਚ ਆ ਰਿਹਾ, ਯਾਦ ਆ ਰਿਹਾ। ਇਹ ਗੱਲ ਖਿਆਲ ਵਿੱਚ ਰੱਖੋ ਤੇ ਸੰਸਾਰ ਵੱਲ ਨੂੰ ਸੁਰਤ ਹਟਾਓ। ਧਾਰਮਿਕ ਲੋਕ ਕਹਿੰਦੇ ਹੈ ਪਰਮਾਤਮਾ ਨੂੰ ਚੇਤੇ ਕਰੋ, ਮੈਂ ਕਹਿੰਦਾ ਨਹੀਂ, ਸੰਸਾਰ ਵਿੱਚ ਵੱਲ ਨੂੰ ਚਿੱਤ ਹਟਾਓ। ਬਹੁਤ ਸੁਖਾਲਾ ਹੈ, ਅਗਰ ਤੁਸੀਂ ਹਟਾਉਣਾ ਸ਼ੁਰੂ ਕਰੋ ਤੇ ਆਪਣੇ ਆਪ ਹੀ ਹਟੇਗਾ। ਤੇ ਜਿੰਨਾ ਹਟਦਾ ਜਾਵੇਗਾ ਉਹਨਾਂ ਸੱਤ ਵੱਲ ਤੁਸੀਂ ਆਪਣੇ ਆਪ ਹੀ ਆਓਗੇ, ਕਿਉਂਕਿ ਸੱਤ ਵਿੱਚੋਂ ਤੁਸੀਂ ਬਾਹਰ ਗਏ ਹੋ ਸੰਸਾਰ ਵੱਲ, ਤੇ ਸੰਸਾਰ ਵਿੱਚੋਂ ਹਟੋਗੇ ਤੇ ਜਾਓਗੇ ਕਿੱਧਰ? ਜਦੋਂ ਸੁਰਤ ਹਟੇਗੀ ਸੰਸਾਰ ਵਿੱਚੋਂ ਤੇ ਜਾਵੇਗੀ ਕਿੱਥੇ? ਆਪਣੇ ਮੂਲ ਕੇਂਦਰ ਵੱਲ ਹੀ ਆਵੇਗੀ ਨਾ। ਜਿੱਥੋਂ ਗਈ ਹੈ ਉੱਥੇ ਵੀ ਆਓਗੇ ਤੁਸੀਂ ਵਾਪਸ। ਤੇ ਮੈਂ ਕਹਿੰਦਾ ਆਓ, ਘਰ ਆ ਜਾਓ ਆਪਣੇ, ਜੇ ਘਰ ਤੋਂ ਰਹਿਣਾ ਬਸਣ, ਘਰ ਤੋਂ ਰਹਿਣਾ ਬਸਣ, ਘਰ ਤੋਂ ਰਹਿਣਾ ਬਸਣ।